ਐਂਡੋਸ ਟੀਵੀ ਦੇ ਸਮੂਹ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਲੈ ਕੇ ਚੱਲਦੇ ਹਾਂ ਪੰਜਾਬੀ ਸੱਭਿਆਚਾਰ ਦੇ ਲਾਗੇ। ਸਾਡੇ ਕੋਲ ਸੂਬਾ ਕੁਈਨਜ਼ਲੈਂਡ ਦੇ ਦੱਖਣ ਦੇ ਵਿੱਚ ਸ਼ਹਿਰ ਵਸ ਰਿਹਾ ਜੀ ਲੋਗਨ, ਜਿਹਦੇ ਵਿੱਚ ਇੱਥੋਂ ਦੀ ਲੋਗਨ ਪੰਜਾਬੀ ਸਪੋਰਟਸ ਕਲੱਬ ਵੱਲੋਂ ਪਲੇਠਾ ਸੱਭਿਆਚਾਰਕ ਸ਼ਾਮ ਕਰਵਾਈ ਜਾ ਰਹੀ ਹੈ, ਜਿਹਦੇ ਵਿੱਚ ਗਿੱਧਾ, ਭੰਗੜਾ, ਸਕਿੱਟਾਂ, ਬੱਚਿਆਂ ਦੀਆਂ ਵੰਨਗੀਆਂ, ਖਾਸ ਕਰਕੇ ਜਿਹੜੇ ਦੂਰ ਦਰਾਡੇ ਤੋਂ ਪਰਿਵਾਰ ਇੱਥੇ ਸ਼ਮੂਲੀਅਤ ਕਰ ਰਹੇ ਨੇ। ਬਹੁਤ ਹੀ ਕਹਿ ਲਓ ਕਿ ਭਖਮਾ ਮਾਹੌਲ ਬਣਿਆ ਹੋਇਆ। ਕੋਸ਼ਿਸ਼ ਇਸ ਕਮਿਊਨਿਟੀ ਦੀ, ਸਾਡੀ ਪੰਜਾਬੀ ਕਮਿਊਨਿਟੀ ਦੀ, ਕਿ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜਿਆ ਜਾਵੇ ਤੇ ਨਾਲ ਦੀ ਨਾਲ ਖੇਡਾਂ ਦੇ ਨਾਲ ਜੋੜਿਆ ਜਾਵੇ। ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਸਾਡੇ ਦਰਸ਼ਕਾਂ ਦੇ ਸਨਮੁਖ ਇਹ ਕੁਝ ਵੰਨਗੀਆਂ ਤੁਹਾਡੇ ਸਨਮੁਖ ਕੀਤੀਆਂ ਜਾਣ। ਲੈ ਕੇ ਚੱਲਦੇ ਹਾਂ ਜੀ, ਮੈਂ ਹਰਜੀਤ ਲਸਾੜਾ ਤੇ ਮੇਰੇ ਨਾਲ ਕੈਮਰਾਮੈਨ ਗੁਰਪ੍ਰੀਤ ਬਰਾੜ। ਆਓ ਫਿਰ ਦੇਖੀਏ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਮਾਹੌਲ ਬੜਾ ਭਖਮਾ ਹੈ, ਉਤਸ਼ਾਹ ਬਹੁਤ ਹੈ, ਪਰਿਵਾਰ ਇੱਥੇ ਸਜੇ ਹੋਏ ਨੇ, ਬੱਚਿਆਂ ਦੇ ਨਾਲ ਸਜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਭਖਿਆ ਹੋਇਆ ਹੈ, ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜੀ? ਪੂਰਾ ਬਹੁਤ ਵਧੀਆ ਮਾਹੌਲ ਬਣਿਆ ਹੋਇਆ, ਵਧੀਆ ਪ੍ਰੋਗਰਾਮ ਚੱਲ ਰਿਹਾ। ਔਨ ਦੀ ਸਪੋਰਟ ਟਿਕਟ ਬਹੁਤ ਲੋਕ ਆ ਰਹੇ ਨੇ, ਸਾਰੀਆਂ ਫੈਮਲੀਆਂ ਆ ਰਹੀਆਂ, ਕਿਉਂਕਿ ਫੈਮਲੀ ਇਵੈਂਟ ਪੰਜਾਬੀ ਕਲਚਰ ਨਾਈਟ ਚੱਲ ਰਹੀ ਆ। ਔਨ ਦੀ ਸਪੋਰਟ ਸਾਡੇ ਕਈ ਫੈਮਲੀਆਂ ਨੇ, ਬਹੁਤ ਸਹਿਯੋਗ ਆ, ਬਹੁਤ ਵਧੀਆ ਅੰਦਰ ਪ੍ਰੋਗਰਾਮ ਰੰਗ ਚੱਲ ਰਿਹਾ, ਬੱਚਿਆਂ ਦਾ ਪ੍ਰੋਗਰਾਮ ਚੱਲ ਰਹੀ ਹੈ ਜੀ। ਬਿਲਕੁਲ, ਜਿਸ ਤਰ੍ਹਾਂ ਰੇਡੀਓ ਦੇ ਉੱਪਰ ਮੇਰੀ ਗੱਲਬਾਤ ਹੋਈ ਸੀਗੀ ਤੁਹਾਡੇ ਜਨਰਲ ਸਕੱਤਰ ਹਰਜੀਵ ਰਾਣਾ ਜੀ, ਉਹਨਾਂ ਦੇ ਨਾਲ ਕਹਿੰਦੇ ਜੀ ਪ੍ਰੋਗਰਾਮ ਜਿਹੜੀ ਇਹ ਸ਼ਾਮ ਹੈ ਸਾਰੀ ਸੋਲਡ ਆਊਟ ਆ, ਪਰ ਪਰਿਵਾਰ ਇੰਨੇ ਗੱਡੀਆਂ ਦੇ ਵਿੱਚ ਆ ਰਹੇ ਨੇ, ਮੈਨੂੰ ਲੱਗਦਾ ਕੋਈ ਟਰਾਲੀਆਂ ਟਰੂਲੀਆਂ ਭਰ ਕੇ ਨਾ ਆ ਜਾਵੇ, ਫਿਰ ਉਹਨਾਂ ਨੂੰ ਕਿਸ ਤਰ੍ਹਾਂ ਅੰਦਰ ਤੁਸੀਂ ਸੈੱਟ ਕਰੋਗੇ ਜੀ? ਦੇਖੋ ਜੀ, ਅਸੀਂ ਥੋੜ੍ਹਾ ਜਿਹਾ ਐਕਸਟਰਾ ਸਟਾਕ 'ਚ ਰੱਖੀ ਸੀ ਚੇਅਰ, ਕਿਉਂਕਿ ਔਨ ਦੀ ਸਪੋਰਟ ਜਿਹੜੀ ਫੈਮਿਲੀ ਆਊਗੀ ਉਹ ਸਾਡੀ ਕਮੇਟੀ ਮੀਟਿੰਗ ਆਪਸ ਵਿੱਚ ਹੋਈ ਸੀ, ਉਹਦੇ ਵਿੱਚ ਅਸੀਂ ਮਨਾ ਨਹੀਂ ਕਰਨਾ ਸੀ ਕਿਸੇ ਨੂੰ। ਜੇ ਕੋਈ ਫੈਮਿਲੀ ਔਨ ਦੀ ਸਪੋਰਟ ਆਉਂਦੀ ਹੈ ਨਾ, 5-10 ਫੈਮਲੀਆਂ ਆਉਂਦੀਆਂ, ਉਹਨਾਂ ਨੂੰ ਅਸੀਂ ਮਨਾ ਨਹੀਂ ਕਰਨਾ ਸੀ, ਕਿਉਂਕਿ ਉਹਨਾਂ ਨੂੰ ਅੰਦਰ ਜਾਣ ਦੇਣਾ ਜੀ। ਇੱਕ ਛੋਟਾ ਜਿਹਾ ਸਵਾਲ, ਕਿਉਂਕਿ ਤੁਹਾਡੀ ਇਹ ਪਹਿਲੀ ਸੱਭਿਆਚਾਰਕ ਸ਼ਾਮ ਆ, ਮੇਰੇ ਖਿਆਲ ਇਹ ਪਹਿਲੀ ਸਪੋਰਟਸ ਕਲੱਬ ਹੈ ਜਿਹੜੀ ਤੁਸੀਂ ਲੋਗਨ ਪੰਜਾਬੀ ਸਪੋਰਟਸ ਕਲੱਬ ਦੇ ਨਾਂ ਹੇਠ ਰਜਿਸਟਰਡ ਕਰਵਾਈ ਆ। ਐਡੀ ਕੀ ਲੋੜ ਪੈ ਗਈ ਸੀ ਕਿ ਹੋਰ ਸਭਾ ਬਣਾਉਣ ਦੀ ਲੋੜ ਪੈ ਗਈ? ਦੇਖੋ ਜੀ, ਜਿਵੇਂ ਤੁਸੀਂ ਦੱਸਿਆ, ਇੱਧਰ ਜਦੋਂ ਅਸੀਂ ਵੀ ਇੱਧਰ ਮੂਵ ਹੋਏ ਆ, ਬਹੁਤ ਪੰਜਾਬੀ ਕਮਿਊਨਿਟੀ ਬਹੁਤ ਘੱਟ ਸੀ, ਬਹੁਤ ਫੈਮਲੀਆਂ ਦੂਰੋਂ ਦੂਰੋਂ ਆ ਕੇ ਇੱਧਰ ਸਾਥ ਲੋਕਾਂ ਨੇ ਆਪਣੇ ਨੇ ਘਰ ਲਏ ਆ, ਕਿਉਂਕਿ ਬੱਚਿਆਂ ਨੂੰ ਜ਼ਿਆਦਾ ਅਸੀਂ ਬੱਚਿਆਂ ਲਈ ਚੱਲੇ ਆ, ਕਿਉਂਕਿ ਬੱਚਿਆਂ ਕੋਲੇ ਕੋਈ ਪਲੇ ਕਰਨ ਨੂੰ ਕੋਈ ਹੈ ਨਹੀਂ ਸੀ, ਜਿੱਥੇ ਵੀ ਜਾਂਦੇ ਸੀ ਬਹੁਤ ਦੂਰ ਸੀ ਮਾਂ ਪੇਰੈਂਟਸ ਲਈ ਛੱਡਣਾ। ਇਸ ਕਰਕੇ ਅਸੀਂ ਆਪਦਾ ਛੋਟਾ ਜਿਹਾ ਸਪੋਰਟ ਪੰਜਾਬੀ ਲੋਗਨ ਪੰਜਾਬੀ ਕਮਿਊਨਿਟੀ ਕਲਚਰ ਇਹ ਲੈ ਕੇ ਸਪੋਰਟ ਸ਼ੁਰੂ ਕੀਤਾ ਜੀ। ਵੀਰਪਾਲ ਕੌਰ ਜੀ, ਸਵਾਗਤ ਕਰਦੇ ਹਾਂ ਤੁਹਾਡਾ ਤੇ ਨਾਲ ਤੁਹਾਡੀਆਂ ਸਹੇਲੀਆਂ ਦਾ ਵੀ ਸਵਾਗਤ ਕਰਦੇ ਹਾਂ। ਮੇਰੇ ਖਿਆਲ ਤੁਸੀਂ ਵੜਦਿਆਂ ਨੇ ਪਹਿਲਾਂ ਇਸ ਖੂਬਸੂਰਤ ਸਥਾਨ ਦੇ ਉੱਪਰ ਫੋਟੋਆਂ ਖਿਚਾਉਣੀਆਂ ਜੀ। ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਇੱਥੇ ਲੱਗ ਰਿਹਾ, ਕਿਉਂਕਿ ਕਾਫੀ ਦੇਰ ਬਾਅਦ ਇਸ ਤਰ੍ਹਾਂ ਦੀ ਵੰਨਗੀਆਂ ਦੇਖਣ ਨੂੰ ਮਿਲੀਆਂ, ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖਣ ਨੂੰ ਮਿਲੇ ਨੇ? ਬਹੁਤ ਵਧੀਆ, ਥੈਂਕ ਯੂ ਪਹਿਲਾਂ ਤੁਹਾਡਾ, ਤੁਸੀਂ ਸਾਨੂੰ ਮੌਕਾ ਦਿੱਤਾ ਇਹ ਬੋਲਣ ਦਾ। ਬਹੁਤ ਵਧੀਆ ਲੱਗ ਰਿਹਾ ਵੀਰੇ, ਸਾਰੇ ਫਰੈਂਡਸ ਇਕੱਠੇ ਹੋਏ ਆ ਨਾ, ਅਸੀਂ ਪਾਰਟਿਸਿਪੇਟ ਵੀ ਕੀਤਾ ਆ, ਤਾਂ ਹੋਪਫੁਲੀ ਵੀ ਐਂਡ ਤੱਕ ਅਸੀਂ ਸਾਰੇ ਇੰਜੋਏ ਕਰਾਂਗੇ ਤੇ ਬਹੁਤ ਵਧੀਆ ਲੱਗਾਂਗੇ। ਸਪੋਰਟਸ ਕਲੱਬ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਆ, ਜਿਹਨੂੰ ਸੱਭਿਆਚਾਰਕ ਸ਼ਾਮ ਦਾ ਨਾਮ ਦਿੱਤਾ ਆ। ਇਸ ਸਪੋਰਟਸ ਕਲੱਬ ਦੇ ਲਈ ਤੁਹਾਡੇ ਕੀ ਮਾਇਨੇ ਆ? ਤੁਹਾਡੇ ਬੱਚਿਆਂ ਲਈ ਕੀ ਮਾਇਨੇ, ਤੁਹਾਡੇ ਪਰਿਵਾਰਾਂ ਦੇ ਲਈ ਕੀ ਮਾਇਨੇ ਆ? ਹਾਂਜੀ ਵੀਰੇ, ਅਸੀਂ ਚਾਹੁੰਦੇ ਹਾਂ ਵੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ, ਕਿਉਂਕਿ ਸਪੈਸ਼ਲੀ ਇੱਥੋਂ ਦੇ ਬੋਰਨ ਬਰੌਟਅਪ ਬੱਚਿਆਂ ਨੂੰ ਤਾਂ ਬਿਲਕੁਲ ਵੀ ਨੌਲੇਜ ਹੀ ਨਹੀਂ ਹੈਗੀ ਕਲਚਰ ਦੀ, ਹੈ ਨਾ, ਕਿਉਂਕਿ ਇੰਡੀਆ ਪੰਜਾਬ ਦੇ ਵਿੱਚ ਨਹੀਂ ਜਾਇਆ ਜਾਂਦਾ ਐਵਰੀ ਈਅਰ। ਜੇ ਕਹਿ ਦਈਏ ਆਪਾਂ ਵੀ ਜਾ ਕੇ ਉੱਥੇ ਸਿਖਾਵਾਂਗੇ ਜਾਂ ਲੌਂਗ ਟਾਈਮ ਰਹਾਂਗੇ, ਤਾਂ ਇਹ ਇੱਕ ਵਧੀਆ ਉਪਰਾਲਾ, ਵੀ ਬੱਚਿਆਂ ਨੂੰ ਪਤਾ ਲੱਗਦਾ ਵੀ ਆਪਣਾ ਕਲਚਰ ਆਪਾਂ ਜੁੜੇ ਹੋਏ ਆ, ਨਾਲ ਨਾਲ ਸਪੋਰਟਸ ਦੇ ਡੈਫੀਨੇਟਲੀ ਇਹ ਹੋਣਾ ਚਾਹੀਦਾ ਆ ਜੀ। ਬਹੁਤ ਬਹੁਤ ਮਿਹਰਬਾਨੀ। ਤੁਸੀਂ ਸੂਟ ਬੜੇ ਖਿੱਚਵੇਂ ਜਿਹੇ ਪਾਏ ਹੋਏ ਨੇ, ਮੈਨੂੰ ਲੱਗਦਾ ਬਹੁਤ ਕਹਿ ਲਓ ਕਿ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਤੁਸੀਂ ਅੱਜ ਇਹ ਕੱਢੇ ਹੋਣੇ ਆ ਵੀ ਅੱਜ ਪਾਉਣੇ ਆ, ਜੋ ਮਰਜ਼ੀ ਹੋ ਜਾਏ। ਹਾਂਜੀ। ਪੰਜਾਬੀਅਤ ਨਾਲ ਰੰਗੀ ਲਬਰੇਜ਼ ਸ਼ਾਮ ਚੱਲ ਰਹੀ ਹੈ ਤੇ ਮੇਰੇ ਨਾਲ ਇਸ ਵਕਤ ਸਮਾਂ ਕੱਢ ਕੇ ਖੜੇ ਨੇ ਇਸ ਸੰਸਥਾ ਦੇ ਪ੍ਰਧਾਨ ਗੁਰਵੀਰ ਸਿੰਘ ਸਿੱਧੂ ਹੋਣੀ, ਤੇ ਨਾਲ ਦੀ ਨਾਲ ਸਾਡੇ ਕੋਲ ਜਨਰਲ ਸਕੱਤਰ ਹਰਜੀਵ ਰਾਣਾ ਜੀ। ਸਭ ਤੋਂ ਪਹਿਲਾਂ ਤਾਂ ਕਿਆਸ ਰਾਈਆਂ ਤੋਂ ਉਲਟ ਤੁਹਾਡੇ ਕੋਲ ਸ਼ਮੂਲੀਅਤ ਬਹੁਤ ਜ਼ਿਆਦਾ ਆ। ਹੁਣ ਡਰ ਤਾਂ ਲੱਗਦਾ ਹੋਣਾ ਵੀ ਸੰਭਾਲਣੇ ਕਿਵੇਂ ਨੇ?
ਹਾਂਜੀ, ਇਹ ਤਾਂ ਸਾਨੂੰ 2 ਹਫ਼ਤੇ ਪਹਿਲਾਂ ਤੋਂ ਹੀ ਸੰਭਾਵਨਾਵਾਂ ਲੱਗ ਗਈਆਂ ਸੀ, ਕਿਉਂਕਿ ਜਿੰਨਾ ਕੁ ਅਸੀਂ ਟਾਰਗੇਟ ਕੀਤਾ ਸੀ ਟਿਕਟਸ ਦਾ, ਤੇ ਉਹ ਆਲਮੋਸਟ ਸੋਲਡ ਹੋ ਗਿਆ ਸੀਗਾ। ਤੇ ਬਹੁਤ ਸਾਰੀਆਂ ਫੈਮਿਲੀਜ਼ ਨੂੰ ਸਾਨੂੰ ਮਨਾ ਵੀ ਕਰਨਾ ਪਿਆ ਅਨਫੋਰਚੂਨੇਟਲੀ, ਕਿਉਂਕਿ ਜਗ੍ਹਾ ਦੀ ਕਮੀ ਕਰਕੇ, ਕਿਉਂਕਿ ਅਸੀਂ ਜ਼ਿਆਦਾ ਨਹੀਂ ਖਲਾਰਾ ਪਾਉਣਾ ਚਾਹੁੰਦੇ ਸੀ, ਕਿਉਂਕਿ ਸਾਰੇ ਜਾਣੀ ਆ ਗਏ ਤੇ ਬਹੁਤ ਇੰਨਾ ਖੁੱਲ੍ਹਾ ਕੰਮ ਨਹੀਂ ਸੀਗਾ ਹਾਲ ਦੇ ਵਿੱਚ। ਪਰ ਫਿਰ ਵੀ ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਪਰ ਹਾਲੇ ਤੱਕ ਸਭ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਹੈ ਜੀ। ਬਿਲਕੁਲ ਇੱਕ ਤਾਰੀਫ ਜ਼ਰੂਰ ਤੁਹਾਡੀ ਕਰਨੀ ਬਣਦੀ ਆ ਕਿ ਭੋਜਨ ਦਾ ਪ੍ਰਬੰਧ ਬਹੁਤ ਖੂਬਸੂਰਤ ਚੱਲ ਰਿਹਾ। ਇਸ ਲੋਗਨ ਦੇ ਵਿੱਚ ਇਹੋ ਜਿਹੀ ਤੁਹਾਨੂੰ ਕਿਹੜੀ ਜ਼ਰੂਰਤ ਪਈ ਹੈ ਕਿ ਤੁਹਾਨੂੰ ਇੱਕ ਨਵੀਂ ਕਲੱਬ ਦੀ ਸਥਾਪਨਾ ਕਰਨੀ ਪਈ? ਅਸੀਂ ਜੀ ਪਿਛਲੇ ਲਗਭਗ 6 ਸਾਲ ਤੋਂ ਐਕਟਿਵ ਆ ਜੀ ਸਪੋਰਟਸ ਤੇ ਕਲਚਰ ਐਕਟੀਵਿਟੀ ਦੇ ਵਿੱਚ। 16-17 ਤੋਂ ਜਿੱਦਾਂ ਅਸੀਂ ਵਾਲੀਬਾਲ ਸ਼ੁਰੂ ਕੀਤੀ ਹੋਈ ਸੀਗੀ ਲੋਕਲ ਗਰਾਊਂਡ ਦੇ ਵਿੱਚ, ਤੇ ਉਹ ਚੱਲ ਰਹੀ ਸੀ ਸਾਡਾ ਆਪਣਾ। ਤੇ 18 ਤੋਂ ਅਸੀਂ ਆਪਣਾ ਕਮਿਊਨਿਟੀ ਦਾ ਸਾਡੀਆਂ ਸੀਗੀਆਂ 15 ਫੈਮਲੀਆਂ ਸੀਗੀਆਂ, ਜਦੋਂ ਅਸੀਂ ਹਰੇਕ ਸਾਲ ਦੀਵਾਲੀ ਦਾ ਤੇ ਵਿਸਾਖੀ ਦਾ ਪ੍ਰੋਗਰਾਮ ਕਰਾਉਂਦੇ ਸੀ, ਸਪੈਸ਼ਲੀ ਬੱਚਿਆਂ ਨੂੰ ਉਹ ਚੀਜ਼ ਨਾਲ ਜੋੜਨ ਲਈ, ਉਹਨਾਂ ਨੂੰ ਪਤਾ ਲੱਗੇ ਜੋ ਵੀ ਪਰਫਾਰਮੈਂਸ ਹੁੰਦੀਆਂ ਸੀ ਉਹਦੇ ਨਾਲ, ਜਾਂ ਉੱਥੇ ਕੋਈ ਸਪੀਚ ਹੁੰਦੀ ਸੀਗੀ। ਤੇ ਹੌਲੀ ਹੌਲੀ ਫੈਮਿਲੀ ਸੀ, ਤੁਹਾਨੂੰ ਪਤਾ ਵੀ ਜਿੱਦਾਂ ਬ੍ਰਿਸਬਨ ਗਰੋ ਕਰੀ ਜਾਂਦਾ ਗਾ ਹੈ ਨਾ ਪਿਛਲੇ 10-12 ਸਾਲ ਤੋਂ, ਤੇ ਫੈਮਲੀਆਂ ਬ੍ਰਿਸਬਨ ਤੋਂ ਬਾਹਰ ਨੂੰ ਜਿਹੜੇ ਸਬਰਬ ਨੇ ਉੱਥੇ ਨਵੇਂ ਘਰ ਬਣੀ ਜਾਂਦੇ ਆ, ਜਾਂ ਉੱਥੇ ਮੂਵ ਕਰੀ ਜਾਂਦੇ ਲੋਕ। ਤਾਂ ਆਪਣੀ ਕਮਿਊਨਿਟੀ ਕਾਫੀ ਜ਼ਿਆਦਾ ਪਿਛਲੇ 4 ਸਾਲ ਤੋਂ ਮੈਂ ਕਹਿ ਸਕਦਾ ਵੀ ਪਾਰਕ ਬ੍ਰਿਜ ਤੋਂ ਲੈ ਕੇ ਅੱਗੇ ਜਿਹੜੇ ਆ ਗ੍ਰੀਨ ਬੈਂਕ ਤੱਕ ਬਹੁਤ ਜ਼ਿਆਦਾ ਘਰ ਹੋ ਗਏ ਨੇ। ਤੇ ਉਹ ਜ਼ਿਆਦਾਤਰ ਫੈਮਲੀਜ਼ ਉਹ ਨੇ ਜਿਹੜੀਆਂ ਅੱਧੀਆਂ ਫੈਮਲੀ 50% ਕਹਿ ਸਕਦੀ ਬ੍ਰਿਸਬਨ ਨਹੀਂ ਰਹਿੰਦੀਆਂ ਸੀਗੀਆਂ, ਮਤਲਬ ਕਿ ਕੋਈ PR ਦੇ ਲਈ ਰੀਜਨਲ ਏਰੀਆ ਤੋਂ ਮੂਵ ਹੋਇਆਗਾ, ਤਾਂ ਉਹਨਾਂ ਨੂੰ ਸ਼ਾਇਦ ਪਤਾ ਵੀ ਨਹੀਂ ਸੀਗਾ ਕੋਈ ਆਸੇ-ਪਾਸੇ। ਹੌਲੀ ਜਿਵੇਂ ਸਾਡੇ ਨਾਲ ਫੈਮਲੀਆਂ ਜੁੜੀਆਂ ਤਾਂ ਸਾਨੂੰ ਮਹਿਸੂਸ ਹੋਇਆ ਵੀ ਚਲੋ ਆਪਾਂ ਇੱਕ ਮਹੱਲੇ ਦੇ ਸਪੋਰਟਸ ਵਾਲੀ ਉਹ ਤੋਂ ਬਿਨਾਂ ਤੇ ਕਲਚਰ ਐਕਟੀਵਿਟੀ ਤੋਂ ਆਪਾਂ ਨੂੰ ਥੋੜ੍ਹਾ ਸਪਰੈਡ ਕਰੀਏ, ਵੱਡਾ ਕਰੀਏ, ਕਿਉਂਕਿ ਸਾਨੂੰ ਹਮੇਸ਼ਾ ਹੀ ਇਹ ਚੀਜ਼ ਦਾ ਸਾਨੂੰ ਕੰਪਲੇਂਟ ਹੁੰਦੀ ਸੀਗੀ ਹੋਰ ਫੈਮਲੀਜ਼ ਤੋਂ ਕਿ ਤੁਸੀਂ 10-12 ਫੈਮਲੀ ਰਲ ਕੇ ਕਰ ਲੈਣ, ਸਾਨੂੰ ਕਿਉਂ ਨਹੀਂ ਸ਼ਾਮਲ ਕਰਦੇ, ਕਿਉਂਕਿ ਉਹਦੇ ਲਈ ਇੱਕ ਸਾਡੇ ਕੋਲੇ ਕੋਈ ਪ੍ਰੋਪਰ ਨਹੀਂ ਸੀਗੀ ਕੋਈ ਸੰਸਥਾ। ਤਾਂ ਸਾਨੂੰ ਲੱਗਿਆ ਵੀ ਸਾਨੂੰ ਕੋਈ ਸੰਸਥਾ ਬਣਾਉਣੀ ਚਾਹੀਦੀ ਹੈ ਜੀ। ਇਹ ਸਨ ਸਾਡੇ ਨਾਲ ਇਸ ਸੰਸਥਾ ਦੇ ਪ੍ਰਧਾਨ ਗੁਰਵੀਰ ਸਿੰਘ ਸਿੱਧੂ ਹੋਣੀ। ਹਰਜੀਤ ਜੀ, ਇੱਕੋ ਹੀ ਸਵਾਲ ਕਰਨਾ, ਤੁਹਾਡਾ ਮੈਂ ਜ਼ਿਆਦਾ ਸਮਾਂ ਲੈਣਾ ਕਿਉਂਕਿ ਪ੍ਰੋਗਰਾਮ ਉਧਰ ਭੱਖਿਆ ਹੋਇਆ, ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਨੇ। ਇਸ ਲੋਗਨ ਪੰਜਾਬੀ ਕਮਿਊਨਿਟੀ ਜਿਹੜੀ ਤੁਸੀਂ ਸਪੋਰਟਸ ਕਲੱਬ ਬਣਾਈ ਹੈ, ਦਿਮਾਗ ਦੇ ਵਿੱਚ ਅਸਲ ਗੋਲ, ਅਸਲ ਉਦੇਸ਼ ਕੀ ਚੱਲਦਾ ਪਿਆ ਕਿ ਸਿਰਫ ਖੇਡਾਂ ਆ ਜਾਂ ਸੱਭਿਆਚਾਰ ਨੂੰ ਬੜੋਤਰੀ ਦੇਣੀ ਹੈ, ਜਾਂ ਕੁਝ ਹੋਰ ਵੀ ਉਦੇਸ਼ ਇਹਦੇ ਲਈ ਤੁਸੀਂ ਨਾਪੇ ਹੋਏ ਨੇ? ਇਹਦੇ ਵਿੱਚ ਇਹੀ ਹੈ ਜੀ, ਜਦੋਂ ਵੀ ਅਸੀਂ ਕਿਤੇ ਖੇਡਣ ਜਾਂਦੇ ਸੀ ਸਪੈਸ਼ਲੀ ਵਾਲੀਬਾਲ, ਸਾਨੂੰ ਸਪੈਸ਼ਲ ਇੱਕ ਕਲੱਬ ਰਜਿਸਟਰਡ ਚਾਹੀਦਾ ਸੀ ਉਹਦੇ ਕਰਕੇ। ਤੇ ਦੂਜੀ ਗੱਲ ਇਹ ਆ ਜੀ, ਸਾਡਾ ਫਿਊਚਰ ਪਲਾਨ ਇਹ ਆ ਕਿ ਅਸੀਂ ਅੱਗੇ ਵੀ ਵਿਸਾਖੀ ਮੇਲਾ ਤੇ ਦੀਵਾਲੀ ਮੇਲਾ ਰੈਗੂਲਰ ਮਨਾਉਂਦੇ ਆ ਰਹੇ ਹਾਂ। ਤੇ ਸਾਡਾ ਮੇਨ ਮਕਸਦ ਇਹ ਹੈ ਆਪਣੀ ਪੰਜਾਬੀ ਸੱਭਿਆਚਾਰ ਨੂੰ, ਜੋ ਅਸੀਂ ਆਪਣੇ ਮੰਮ ਡੈਡ ਤੋਂ ਸਿੱਖਿਆ, ਜਿੱਦਾਂ ਮੰਮੀ ਪਾਪੇ ਤੋਂ ਸਿੱਖਿਆ ਹੈ ਨਾ, ਤੇ ਅਸੀਂ ਚਾਹੁੰਦੇ ਹਾਂ ਤੇ ਉਹੀ ਅਸੀਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਵਾ ਸਕੀਏ ਤੇ ਆਪਣੇ ਧਰਮ ਬਾਰੇ ਜਾਣੂ ਕਰਵਾ ਸਕੀਏ। ਇਸ ਕਰਕੇ ਤੇ ਆਉਣ ਵਾਲੇ ਟਾਈਮ ਵਿੱਚ ਅਸੀਂ ਕਲੱਬ ਜਿੱਦਾਂ ਸਪੋਰਟਸ ਕਲੱਬ ਰਜਿਸਟਰਡ ਕਰਵਾਇਆ, ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਉਣ ਵਾਲੀਆਂ ਸਿੱਖ ਗੇਮਾਂ ਦੇ ਵਿੱਚ ਪਾਰਟੀਸਪੇਟ ਕਰਨ। ਆਲਰੇਡੀ ਅਸੀਂ ਪਹਿਲੀ ਵਾਰ ਕਰ ਚੁੱਕੇ ਹਾਂ ਤੇ ਸਾਡਾ ਇਹ ਮੇਨ ਮਕਸਦ ਇਹ ਹੈ ਜੀ, ਬੱਚਿਆਂ ਨੂੰ ਸੱਭਿਆਚਾਰ ਬਾਰੇ ਤੇ ਆਪਣੀਆਂ ਗੇਮਾਂ ਦੇ ਬਾਰੇ, ਸਪੈਸ਼ਲੀ ਸੌਕਰ, ਕਬੱਡੀ ਤੇ ਵਾਲੀਬਾਲ ਬਾਰੇ ਅਸੀਂ ਟ੍ਰੇਨਿੰਗ ਵੀ ਦੇ ਰਹੇ ਹਾਂ ਜੀ। ਬਹੁਤ ਕਹਿ ਲਓ ਕਿ ਵੱਡਾ ਉਦਮ ਹੈ, ਖਾਸ ਕਰਕੇ ਜੇ ਇਸ ਲੋਗਨ ਦੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਵਿਉਂਤ ਬਣੀ ਹੈ ਤਾਂ ਬਹੁਤ ਚੰਗੀ ਗੱਲ ਹੈ। ਤੀਸਰੀ ਸ਼ਖਸੀਅਤ ਸਾਡੇ ਕੋਲ, ਮੈਂ ਜਲਦੀ ਦੇ ਨਾਲ ਉਹਨਾਂ ਵੱਲ ਮਾਈਕ ਦਾ ਰੁਖ ਕਰਦਾ। ਪੰਜਾਬੀਅਤ, ਧਾਰਮਿਕ, ਇਸ ਤਰ੍ਹਾਂ ਦੇ ਸ਼ਬਦ ਵਰਤਦੇ ਹੋ, ਬੜਾ ਚੰਗਾ ਲੱਗਦਾ ਆ, ਪਰ ਸਾਡੇ ਪੋਸਟਰਾਂ ਦੇ ਉੱਪਰ ਪੰਜਾਬੀ ਤਕਰੀਬਨ ਗਾਇਬ ਹੁੰਦੀ ਹੈ। ਤੁਹਾਡੇ ਪੋਸਟਰ 'ਤੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਪੰਜਾਬੀ ਗਾਇਬ ਹੀ ਸੀ। ਇਸ ਤਰ੍ਹਾਂ ਦੀ ਵਿਉਂਤਬੰਦੀ ਕਿਉਂ ਨਹੀਂ ਬਣਾਉਂਦੇ ਕਿ ਸਾਡੇ ਪੋਸਟਰਾਂ ਦੇ ਵਿੱਚ ਅਗਰ ਪੰਜਾਬੀਅਤ ਦੀ ਗੱਲ ਕਰਦੇ ਤਾਂ ਪੰਜਾਬੀ ਕਿਉਂ ਨਹੀਂ ਆਉਂਦੀ? ਹਾਂਜੀ, ਇਸ ਦੀ ਮੈਂ ਤੁਹਾਨੂੰ ਪਹਿਲਾਂ ਹੀ ਮਾਫੀ ਮੰਗੀ ਸੀ ਇਸ ਚੀਜ਼ ਤੋਂ, ਪਰ ਅਸੀਂ ਨਾਲ ਦੀ ਨਾਲ ਕਰੈਕਸ਼ਨ ਕੀਤੀ ਤੇ ਤੁਸੀਂ ਉਹ ਦੇਖ ਹੀ ਚੁੱਕੋਗੇ। ਸਾਡੀ ਸਟੇਜ ਤੇ ਵੀ ਹੁਣ ਪੰਜਾਬੀ ਪੈਰਲ ਹੀ ਹੈ। ਬਾਕੀ ਅਸੀਂ ਉਹਨੂੰ ਸੋਸ਼ਲ ਮੀਡੀਆ ਤੇ ਵੀ ਐਡਵਰਟਾਈਜ਼ ਕੀਤਾ। ਬਾਕੀ ਤੁਸੀਂ ਸਾਡੀਆਂ ਭਵਿੱਖ ਦੀਆਂ ਪੁੱਛਿਆ ਸੀ ਵੀ ਤੁਹਾਡੇ ਕੀ ਉਹ ਯੋਜਨਾਵਾਂ ਨੇ ਬਿਨਾਂ ਖੇਡਾਂ ਤੋਂ ਤੇ ਸੱਭਿਆਚਾਰ ਤੋਂ। ਦੇਖੋ ਹਰੇਕ ਕਲੱਬ ਕਰਦੇ ਹੀ ਹੈ, ਚਾਹੇ ਵੀ ਇਹ ਚੱਲਦਾ ਆ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਵੇਂ ਹੁਣ ਪੰਜਾਬੀ ਕਲਾਸਾਂ ਵੀ ਜੇ ਸਾਡੇ ਨਾਲ ਕੋਈ ਹੋਰ ਕਮਿਊਨਿਟੀ ਵੀ ਜੁੜਦੀ ਹੈ, ਕੋਈ ਹਿੰਦੀ ਵਾਲੀ ਕਮਿਊਨਿਟੀ ਜੁੜਦੀ ਹੈ, ਕੋਈ ਬਿਲਿੰਗ ਪਰਸਨ ਨੇ ਵੀ ਅਸੀਂ ਕਲਾਸ ਸਟਾਰਟ ਕਰਨਾ ਚਾਹੁੰਦੇ ਹਾਂ, ਅਸੀਂ ਵੀ ਇਹ ਚੀਜ਼ਾਂ 'ਚ ਵੀ ਪੂਰਾ ਸਹਿਯੋਗ ਕਰਾਂਗੇ। ਧੰਨਵਾਦ ਕਰਦੇ ਤੁਹਾਡੇ ਸਮੇਂ ਦਾ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੋ ਜੀ। ਦਰਸ਼ਕ ਬੜੀ ਬੇਸਬਰੀ ਦੇ ਨਾਲ ਤੁਹਾਡਾ ਸਟੇਜ ਦੇ ਉੱਪਰ ਇੰਤਜ਼ਾਰ ਕਰ ਰਹੇ ਨੇ। ਧੰਨਵਾਦ ਜੀ। ਸਿਆਣਿਆਂ ਨੇ ਸੱਚ ਹੀ ਕਿਹਾ, ਕਹਿੰਦੇ ਵੀ ਛੜਿਆਂ ਦੀ ਅੱਗ ਨਾ ਵਲੇ, ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ। ਮੇਰੇ ਨਾਲ ਮਾਣਯੋਗ ਹਸਤੀਆਂ ਖੜੀਆਂ ਨੇ, ਸਾਡੇ ਬ੍ਰਿਸਬਨ ਤੋਂ ਖੜੀਆਂ ਨੇ। ਹੁਣ ਤਾਂ ਸ਼ਾਇਦ ਲੋਗਨ ਕਹਿਣਾ ਪਏਗਾ, ਨਾਮ ਦੀਆਂ ਮੁਥਾਲ ਨਹੀਂ ਹੈਗੀਆਂ, ਸਿੱਧਾ ਮੁੱਦੇ 'ਤੇ ਚੱਲਦੇ ਹਾਂ। ਇੱਕ ਵਾਰ ਮਾੜੇ ਪੋਸਟਰ ਚੱਕਿਓ, ਇਹ 'ਤੇ ਛੜਾ ਜਿੰਦਾਬਾਦ ਕੀਤਾ ਹੋਇਆ। ਐਡਾ ਕੀ ਭਾਣਾ ਬੀਤ ਗਿਆ ਕਿ ਤੁਸੀਂ
ਛੜਿਆਂ ਦੇ ਹੱਕ ਦੇ ਵਿੱਚ ਹੋਕਾ ਦੇਣ ਆ ਗਏ ਹੋ। ਹਾਂਜੀ, ਜਿਹੜਾ ਅੱਜ ਦਾ ਅਸੀਂ ਕਰ ਰਹੇ ਹਾਂ ਪ੍ਰੋਗਰਾਮ, ਇਹ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਤੋਂ ਜਿਹੜੀ 90-92 ਵਾਲੀ ਇੱਕ ਛੜਿਆਂ ਦੀ ਜਮਾਤ ਹੁੰਦੀ ਸੀ ਵੀ ਕਿੱਦਾਂ ਉਹ ਰਹਿੰਦੇ ਤੇ ਕੀ ਲੋਕ ਉਹਨਾਂ ਨੂੰ ਤਾਨੇ ਮਿਹਣੇ ਮਾਰਦੇ ਸੀ, ਕੀ ਉਹਨਾਂ ਦਾ ਮਾਹੌਲ ਸੀ, ਉਹ ਮਾਹੌਲ ਵਿੱਚ ਲੈ ਕੇ ਜਾਵਾਂਗੇ। ਹਾਸ ਵਿਅੰਗ ਆਸ ਆ ਤੁਹਾਨੂੰ ਸਭ ਨੂੰ ਵਧੀਆ ਲੱਗੂ। ਤੇ ਜੋ ਅੱਜ ਦਾ ਪ੍ਰੋਗਰਾਮ ਆ ਇਹਨੂੰ ਆਪਣੇ ਹਰਮੀਤ ਸਿੰਘ ਨੇ ਲਿਖਿਆ, ਤਿਆਰ ਕਰਿਆ ਤੇ ਡਾਇਰੈਕਟ ਵੀ ਕਰਿਆ। ਇੰਤਜ਼ਾਰ ਰਹੇਗਾ ਜੀ ਤੁਹਾਡੀ ਇਸ ਵੰਨਗੀ ਦਾ। ਜਾਂਦੇ ਜਾਂਦੇ ਮੈਂ ਹਰਮੀਤ ਨੂੰ ਜ਼ਰੂਰ ਫੜਦਾ ਚੱਲਾਂਗਾ। ਹਰਮੀਤ ਸਿੰਘ ਜੀ, ਜੋੜੀ ਬਣਾ ਲਈ ਹੁਣ ਛੜਿਆਂ ਦਾ ਤੁਸੀਂ, ਹੁਣ ਫਿਰ ਇਹ ਗੱਲਾਂ ਠੀਕ ਨਹੀਂ ਹੈਗੀਆਂ। ਅੱਜ ਦੇ ਹੋਣ ਵਾਲੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਜਿੰਨੇ ਵੀ, ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਨਾਲ ਇੰਡੋਜ਼ ਟੀਵੀ ਦਾ ਮੀਡੀਆ ਪਾਰਟਨਰਸ ਨੇ ਜਿਹੜੇ, ਉਹਨਾਂ ਦਾ ਧੰਨਵਾਦ ਕਰਦਾ। ਤੇ ਮੈਂ ਆਪਣੀ ਔਨ ਕਰੂ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅਸੀਂ ਫਿਰ ਤੋਂ ਦੁਬਾਰਾ ਤੋਂ ਜੁੜੇ ਹਾਂ ਤੇ ਸਟੇਜ ਦੇ ਨਾਲ ਅਸੀਂ ਜੁੜੇ ਰਹਾਂਗੇ। ਥੈਂਕ ਯੂ ਜੀ। ਜੀ ਸ਼ੁਕਰੀਆ ਜੀ। ਖੂਬਸੂਰਤ ਸ਼ਾਮ ਦੇ ਵਿੱਚ ਇਹਨਾਂ ਛੜਿਆਂ ਦੇ ਲਈ ਵੀ ਆਪਾਂ ਹਾਂ ਦਾ ਜ਼ਰੂਰ ਨਾਰਾ ਮਾਰਦੇ ਹਾਂ ਕਿ ਆਪਣੀ ਆਵਾਜ਼ ਉੱਤੇ ਬੁਲੰਦ ਕਰਕੇ ਆਉਣ। ਤੇ ਇੱਕ ਵਾਰ ਫਿਰ ਹੁਣ ਉੱਚੀ ਦੇਣੀ ਹੇਕ ਤਾਂ ਲਾਉਣੀ ਪੈਣੀ ਆ। ਹੇਕ ਵੀ ਕਾਹਦੀ ਆਹ ਦਾ ਨਾਰਾ ਹੀ ਮਾਰਨਾ ਪੜਿਆ, ਛੜਾ ਯੂਨੀਅਨ ਜਿੰਦਾਬਾਦ ਇੱਕ ਵਾਰ ਕਰਨੀ ਪਊਗੀ ਜੀ। ਛੜਾ ਯੂਨੀਅਨ ਜਿੰਦਾਬਾਦ। ਮੇਰੇ ਨਾਲ ਸੰਧਿਆ ਜੀ ਨੇ ਤੇ ਦੂਸਰੇ ਮੇਰੇ ਭੈਣ ਜੀ ਗੁਰਵਿੰਦਰ ਕੌਰ ਜੀ ਇਸ ਵਕਤ ਗੱਲਬਾਤ ਲਈ ਤਿਆਰ ਨੇ। ਮੈਂ ਜ਼ਿਆਦਾ ਤੁਹਾਡਾ ਸਮਾਂ ਨਹੀਂ ਲੈਣਾ। ਸੋ ਜਿਸ ਤਰ੍ਹਾਂ ਪੋਸਟਰਸ ਦੇ ਵਿੱਚ ਜਾਂ ਪ੍ਰਬੰਧਕਾਂ ਨੇ ਇੱਕ ਵਚਨ ਦਿੱਤਾ ਸੀਗਾ ਕਿ ਅਸੀਂ ਖੇਡਾਂ ਦਾ ਹੋਕਾ ਵੀ ਦੇਣਾ ਹੈ, ਲੇਕਿਨ ਅਸੀਂ ਪੰਜਾਬੀਅਤ ਦਾ ਵੀ ਹੋਕਾ ਦੇਣਾ ਆ। ਤੁਸੀਂ ਸਟੇਜ ਨੂੰ ਸੰਭਾਲ ਕੇ ਆਏ ਹੋ, ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹਦੇ ਵਿੱਚ ਸਫਲਤਾ ਮਿਲੀ ਹੈ? ਹਾਂਜੀ ਭਾਜੀ, ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਇਸ ਪ੍ਰੋਗਰਾਮ ਤੇ ਪਹੁੰਚੇ ਆ, ਜਿਨ੍ਹਾਂ ਨੇ ਸ਼ਿਰਕਤ ਕੀਤੀ ਆ। ਤੇ ਇੰਡੋਜ਼ ਟੀਵੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਅਸੀਂ ਸਾਰੇ ਦਿਲੋਂ ਧੰਨਵਾਦ ਕਰਦੇ ਹਾਂ। ਤੇ ਹਾਂਜੀ ਭਾਜੀ, ਅਸੀਂ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕੀਤੀ ਆ ਕਿ ਜੋ ਪੰਜਾਬੀ ਟੱਚ ਆ, ਜੋ ਪੰਜਾਬੀ ਸਾਡੇ ਸੱਭਿਆਚਾਰ ਦਾ ਇੱਕ ਵੱਖਰਾ ਅੰਦਾਜ਼ ਆ, ਉਹ ਅਸੀਂ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਬਟ ਚਲੋ ਇਹ ਹੈ ਕਿ ਹਰੇਕ ਵਾਰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਕੁਛ ਭੁੱਲਾਂ ਸਾਡੀਆਂ ਸ਼ਾਇਦ ਸ਼ੁਰੂਆਤ ਵਿੱਚ ਹੋਈਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਸਾਨੂੰ ਅਸੀਂ ਉਹਨਾਂ ਨੂੰ ਹੋਰ ਵੀ ਨਿਖਾਰ ਸਕੀਏ ਤੇ ਹੋਰ ਵੀ ਜਿਹੜੇ ਆਪਣੇ ਪੰਜਾਬੀ ਪ੍ਰੋਗਰਾਮ ਆ ਜਾਂ ਆਪਣੀਆਂ ਭੈਣਾਂ ਆ ਉਹਨਾਂ ਦੀ ਇਨਵੋਲਵਮੈਂਟ ਹੋਰ ਵੀ ਵਧਾ ਸਕੀਏ। ਤੇ ਜੇ ਇਸ ਤੋਂ ਵਧੀਆ ਮਾਣ ਸਾਡੇ ਲਈ ਹੋਰ ਕੋਈ ਨਹੀਂ ਹੋ ਸਕਦਾ ਕਿ ਜੇ ਸਾਰੇ ਆਉਣ, ਸਾਰੇ ਖੁਸ਼ੀ ਖੁਸ਼ੀ ਜਾਣ। ਤੇ ਆਈ ਥਿੰਕ ਇਟਸ ਵਿਨ ਫॉर एवरीवन। ਹਾਂਜੀ ਜੀ ਬਿਲਕੁਲ। ਪਿੱਛੇ ਸਟੇਜ ਚੱਲ ਰਹੀ ਹੈ, ਯਕੀਨਨ ਸਾਡੇ ਦਰਸ਼ਕਾਂ ਨੂੰ ਆਵਾਜ਼ਾਂ ਵੀ ਸੁਣ ਰਹੀਆਂ ਹੋਣਗੀਆਂ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਦੂਸਰੇ ਭੈਣ ਜੀ ਮੇਰੇ ਨਾਲ ਵਿਰਾਜਮਾਨ ਨੇ। ਅਸੀਂ ਜਿਹੜੇ ਪ੍ਰਵਾਸ ਦੇ ਵਿੱਚ ਇੱਥੇ ਆਏ ਆ, ਪ੍ਰਵਾਸ ਕਰਕੇ ਆਏ ਆ, ਸ਼ਾਇਦ ਉਹ ਅਸੀਂ ਆ ਜਿਨ੍ਹਾਂ ਨੂੰ ਪੰਜਾਬੀ ਇਸ ਮਾਤ ਭਾਸ਼ਾ ਦੀ ਜ਼ਿਆਦਾ ਜਾਣਕਾਰੀ ਹੈ। ਸਾਨੂੰ ਉਹਨੂੰ ਲਿਖਣਾ ਜ਼ਿਆਦਾ ਆਉਂਦਾ, ਪੜ੍ਹਨਾ ਜ਼ਿਆਦਾ ਆਉਂਦਾ ਤੇ ਬੋਲਣਾ ਜ਼ਿਆਦਾ ਆਉਂਦਾ। ਕੋਈ ਸ਼ੱਕ ਨਹੀਂ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਵਿੱਚ ਵੀ ਇਹ ਗੁੜਤੀ ਪਾ ਦਈਏ। ਪਰ ਜਿੰਨਾ ਕੁ ਮੈਂ ਸੋਚਦਾ ਜਾਂ ਮੈਨੂੰ ਲੱਗਦਾ ਆਪਣੇ ਕਲਚਰ ਦੇ ਵਿੱਚ ਅਸੀਂ ਬੱਚਿਆਂ ਨੂੰ ਜ਼ਿਆਦਾ ਗਾਣਿਆਂ ਦੇ ਸਪੁਰਦ ਕੀਤਾ ਹੋਇਆ ਹੈ। ਉਹਨਾਂ ਨੂੰ ਬੋਲਣਾ ਆ ਰਿਹਾ ਆ, ਲਿਖਣਾ ਉਹਦੇ ਵਿੱਚ ਬਹੁਤ ਕਮੀ ਹੈ। ਕੀ ਕਹਿਣਾ ਚਾਹੋਗੇ? ਹਾਂਜੀ ਵੀਰ ਜੀ, ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਧੰਨਵਾਦ ਕਰਦੀ ਹਾਂ ਸਾਰੇ ਜਾਣਿਆਂ ਦਾ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਇਸ ਦੀ ਰੌਣਕ ਵਧਾਉਣ ਤੇ। ਇਹ ਕੁਐਸਚਨ ਤੁਹਾਡਾ ਜਾਇਜ਼ ਹੈ ਜੀ, ਪਰ ਸ਼ਾਇਦ ਹਜੇ ਆਪਾਂ ਪ੍ਰੋਗਰਾਮ ਦੇ ਐਂਡ ਤੱਕ ਨਹੀਂ ਪਹੁੰਚੇ। ਤਾਂ ਇਸ ਤਰ੍ਹਾਂ ਦੀ ਇੱਕ ਪੇਸ਼ਕਾਰੀ ਅਸੀਂ ਜਲਦ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਤੇ ਖੁਸ਼ੀ ਦੀ ਗੱਲ, ਅਸੀਂ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਅੱਗੇ ਤੋਂ ਸਾਡੇ ਬੱਚਿਆਂ ਲਈ ਪੰਜਾਬੀ ਦੀਆਂ ਕਲਾਸਾਂ ਵੀ ਸਟਾਰਟ ਕਰ ਰਿਹਾ ਹੈ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਬੋਲਣ ਦੇ ਨਾਲ ਨਾਲ ਲਿਪੀ ਦੀ ਵੀ ਕੁਝ ਜਾਣਕਾਰੀ ਦੇ ਸਕੀਏ। ਇਸ ਲਈ ਮੈਨੂੰ ਲੱਗਦਾ ਸਾਡੀ ਕੋਸ਼ਿਸ਼ ਦੇ ਵਿੱਚ ਸਾਰੇ ਸਾਡਾ ਯੋਗਦਾਨ ਦੇਣਗੇ। ਤੇ ਥੈਂਕ ਯੂ ਸੋ ਮਚ ਜੀ। ਧੰਨਵਾਦ ਕਰਦੇ ਹਾਂ ਦੋਨਾਂ ਭੈਣਾਂ ਦਾ। ਸ਼ਾਇਦ ਕਿਸੇ ਲਿਖਾਰੀ ਨੇ ਸੱਚ ਹੀ ਕਿਹਾ ਕਿ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ। ਸੋ ਉਸ ਬੋਲੀ ਨੂੰ ਜਿਉਂਦਾ ਰੱਖਣ ਲਈ ਇਹ ਪਲੇਠੀ ਕੋਸ਼ਿਸ਼। ਸ਼ੁਕਰੀਆ। ਜਾਂਦੇ ਜਾਂਦੇ ਸੁਨੇਹਾ, ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਆ ਉਹਨਾਂ ਦੇ ਲਈ ਇੱਕ ਸੁਨੇਹਾ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਈਵੈਂਟਸ ਆਰਗੇਨਾਈਜ਼ ਹੋਣ ਤਾਂ ਇਸ ਪ੍ਰੋਗਰਾਮ ਨੂੰ ਦੇਖ ਕੇ ਜ਼ਰੂਰ ਆਪਣੇ ਜ਼ਿਹਨ ਦੇ ਵਿੱਚ ਵਸਾਓ ਕਿ ਅਸੀਂ ਬਿਲਕੁਲ ਸੱਭਿਅਕ ਹੋ ਕੇ ਇਹਨਾਂ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨਾ ਆ। ਸੋ ਇਸ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਇਹ ਪ੍ਰਬੰਧ ਦੇਖੇ ਗਏ ਨੇ, ਕੋਈ ਹੁੱਲੜਬਾਜ਼ੀ ਨਹੀਂ, ਕੋਈ ਅਲਕੋਹਲ ਦੀ ਵਰਤੋਂ ਨਹੀਂ ਕੀਤੀ ਗਈ। ਧੰਨਵਾਦ, ਕਿਉਂਕਿ ਗਰਾਊਂਡਾਂ ਮਿਲਣੀਆਂ ਬੰਦ ਹੋ ਗਈਆਂ ਨੇ ਪ੍ਰੋਗਰਾਮਾਂ ਦੇ ਲਈ। ਸੋ ਇਹ ਬੜੀ ਚਿੰਤਾ ਹੈ ਸਾਡੀ ਪੰਜਾਬੀ ਕਮਿਊਨਿਟੀ ਦੇ ਲਈ। ਸ਼ੁਕਰੀਆ ਤੁਹਾਡਾ।
ਇਸ ਸੱਭਿਆਚਾਰਕ ਸ਼ਾਮ ਦੇ ਪ੍ਰਬੰਧਕਾਂ ਦਾ ਧੰਨਵਾਦ, ਉੱਥੇ ਆਏ ਪਰਿਵਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਪਰਿਵਾਰਾਂ ਦੇ ਨਾਲ ਸ਼ਮੂਲੀਅਤ ਕੀਤੀ ਔਰ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਸ ਪ੍ਰੋਗਰਾਮ ਦੀ ਵਿੱਚ ਸ਼ਮੂਲੀਅਤ ਕਰਵਾਈ। ਸ਼ੁਕਰੀਆ। ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਮੈਂ ਹਰਜੀਤ ਰਸਾੜਾ ਤੇ ਸਾਥੀ ਕੈਮਰਾਮੈਨ ਗੁਰਪ੍ਰੀਤ ਬਰਾੜ।